ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਤਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ। ਸ਼ਬਦਾਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਚਵਰ ਛਤਰ ਤਖਤ ਕੇ ਮਾਲਿਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਗਿਆਨ ਦੇ ਸਾਗਰ ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਮਹਾਨ ਗੁਰੂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੀ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਦਕੇ ਗੁਰੂ ਤੁਹਾਡੇ ਤੋਂ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹੋ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਸੋ ਆਓ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਨਾਲ ਜੁੜੀਏ। ਕਰੋ ਕਿਰਪਾ ਮਨ ਜੇ ਕਿਤੇ ਭਟਕ ਰਿਹਾ ਏ, ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕਹਿੰਦੇ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਜਿਸ ਮਾਲਕ ਵਾਹਿਗੁਰੂ ਨੇ ਤੁਹਾਨੂੰ ਬਣਾਇਆ ਉਸੇ ਨੇ ਸਮਾਰਿਆ ਵੀ ਤੇ ਸ਼ਿੰਗਾਰਿਆ ਵੀ ਹੈ। ਆਮ ਤੌਰ ਤੇ ਕੀ ਹੁੰਦਾ ਹੈ, ਜਿਤਨੇ ਜੀਵ ਪੈਦਾ ਕੀਤੇ ਨੇ ਨਾ, ਮਨੁੱਖ ਪੈਦਾ ਕੀਤੇ ਨੇ, ਤੇ ਮਾਲਕ ਵਾਹਿਗੁਰੂ ਜੀ ਨੇ ਗੁਰੂ ਮਾਲੀ ਦੀ ਡਿਊਟੀ ਲਾਈ। ਜੋ ਗੁਰੂ ਨਾਲ ਜੁੜੇਗਾ, ਜੋ ਗੁਰੂ ਮਾਲੀ ਦੀ ਸੰਗਤ 'ਚ ਆ ਜਾਵੇਗਾ, ਉਸ ਦਾ ਜੀਵਨ ਸਮਾਰਿਆ ਤੇ ਸ਼ਿੰਗਾਰਿਆ ਜਾਵੇਗਾ। ਇਹ ਬਿਲਕੁਲ ਇਉਂ ਹੈ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਮਾਲਕ ਵਾਹਿਗੁਰੂ ਜੀ ਨੇ ਬਨਸਪਤੀ ਪੈਦਾ ਕੀਤੀ, ਕਿਤਨੇ ਪੇੜ ਪੌਦੇ ਪੈਦਾ ਕੀਤੇ, ਤੇ ਜਿਨ੍ਹਾਂ ਪੇੜ ਪੌਦਿਆਂ ਨੂੰ ਮਾਲੀ ਦੀ ਸੰਗਤ ਮਿਲ ਗਈ ਉਹ ਸਮਾਰੇ ਗਏ ਸ਼ਿੰਗਾਰੇ ਗਏ। ਉਹਨਾਂ ਨੇ ਇੱਕ ਬਾਗ ਗਾਰਡਨ ਚਮਨ ਦਾ ਰੂਪ ਧਾਰਨ ਕਰ ਲਿਆ। ਪਰ ਜਿਨ੍ਹਾਂ ਨੂੰ ਮਾਲੀ ਦੀ ਸੰਗਤ ਪ੍ਰਾਪਤ ਨਾ ਹੋਈ ਨਾ, ਉਹਨਾਂ ਨੇ ਭਿਆਨਕ ਜੰਗਲ ਦਾ ਰੂਪ ਧਾਰਨ ਕਰ ਲਿਆ। ਤੇ ਯਾਦ ਰੱਖਣਾ, ਬਾਗ ਗਾਰਡਨ ਦੇ ਵਿੱਚ ਚਮਨ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਨੇ, ਉੱਥੇ ਸੈਰ ਕਰਨ ਜਾਂਦੇ ਨੇ, ਉੱਥੇ ਬੈਠਦੇ ਨੇ, ਸਮਾਂ ਬਿਤਾਉਂਦੇ ਨੇ, ਚੰਗਾ ਲੱਗਦਾ ਹੈ। ਪਰ ਜੰਗਲ ਦੇ ਵਿੱਚ ਕੋਈ ਬੱਚਿਆਂ ਨੂੰ ਲੈ ਕੇ ਨਹੀਂ ਜਾਂਦਾ। ਜੰਗਲ ਦੇ ਵਿੱਚ ਅਕਸਰ ਖਤਰਾ ਹੁੰਦਾ ਹੈ। ਬਿਲਕੁਲ ਇਉਂ ਸੰਸਾਰ ਦੇ ਇਹਨਾਂ ਮਨੁੱਖਾਂ ਦੀ ਗੱਲ ਹੈ, ਜਿਨ੍ਹਾਂ ਮਨੁੱਖਾਂ ਨੂੰ ਜਨਮ ਲੈ ਕੇ ਤੇ ਗੁਰੂ ਮਾਲੀ ਦੀ ਸੰਗਤ ਪ੍ਰਾਪਤ ਹੋ ਗਈ, ਉਹ ਸਮਾਰੇ ਗਏ ਸ਼ਿੰਗਾਰੇ ਗਏ। ਪਰ ਜਿਹੜੇ ਗੁਰੂ ਤੋਂ ਟੁੱਟ ਗਏ, ਉਹਨਾਂ ਨੇ ਜੰਗਲ ਵਰਗਾ ਰੂਪ ਧਾਰਨ ਕਰ ਲਿਆ। ਤੇ ਉਹਨਾਂ ਬਾਰੇ ਕਹਿ ਵੀ ਦਿੱਤਾ ਗਿਆ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿੰਦੇ ਇਹ ਤੇ ਉਜਾੜ ਜੰਗਲ ਹੈ। ਤੇ ਤੁਸੀਂ ਵੇਖੋ, ਜਿਨ੍ਹਾਂ ਨੂੰ ਸੰਗਤ ਮਿਲ ਜਾਂਦੀ ਹੈ ਗੁਰੂ ਦੀ, ਉਹਨਾਂ ਲੋਕਾਂ ਉੱਤੇ ਦੁਨੀਆ ਭਰੋਸਾ ਕਰਦੀ, ਵਿਸ਼ਵਾਸ ਕਰਦੀ ਹੈ। ਆਪਣੇ ਬੱਚਿਆਂ ਤੱਕ ਨੂੰ ਉਹਨਾਂ ਦੇ ਆਸਰੇ ਛੱਡ ਜਾਂਦੇ ਨੇ।
ਆਪਣੀ ਅਮਾਨਤ ਉਹਨਾਂ ਕੋਲ ਛੱਡਦੇ ਨੇ ਕਿ ਇਹ ਗੁਰੂ ਨੇ ਸੰਵਾਰਿਆ ਸ਼ਿੰਗਾਰਿਆ ਹੋਇਆ ਏ, ਇਹ ਬੰਦਾ ਧੋਖਾ ਨਹੀਂ ਕਰੇਗਾ। ਪਰ ਜਿਹੜੇ ਗੁਰੂ ਤੋਂ ਟੁੱਟੇ ਹੋਏ ਲੋਕ ਨੇ ਉਹਨਾਂ ਉੱਤੇ ਕੋਈ ਭਰੋਸਾ ਨਹੀਂ ਕਰਦਾ ਹੈ, ਉਹਨਾਂ ਕੋਲ ਆਪਣੇ ਬੱਚੇ ਨਹੀਂ ਛੱਡਦਾ ਏ, ਕੋਈ ਅਮਾਨਤ ਨਹੀਂ ਛੱਡਦਾ, ਕਿਉਂਕਿ ਪਤਾ ਅਮਾਨਤ 'ਚ ਖਿਆਨਤ ਹੋ ਜਾਵੇਗੀ। ਖੈਰ, ਹਰ ਇੱਕ ਬੰਦੇ ਨੇ ਜਨਮ ਲਿਆ, ਪਰ ਬੰਦਿਆਂ ਨੂੰ ਸਵਾਰਨ ਲਈ ਗੁਰੂ ਮਾਲੀ ਦਿੱਤਾ। ਪਰ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਬਾਰੇ ਭੱਟਾਂ ਨੇ ਕਹਿ ਦਿੱਤਾ ਨਾ ਕਿ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਕਹਿੰਦੇ ਪੈਦਾ ਹੀ ਨਹੀਂ ਕੀਤਾ ਮਾਲਕ ਵਾਹਿਗੁਰੂ ਨੇ, ਆਪ ਸੰਵਾਰਿਆ ਤੇ ਸ਼ਿੰਗਾਰਿਆ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਚੂਨਾ ਮੰਡੀ ਮਹੱਲਾ ਲਾਹੌਰ ਦਾ, ਜੋ ਹੁਣ ਪਾਕਿਸਤਾਨ ਦੇ ਵਿੱਚ ਹੈ, ਉਸ ਚੂਨਾ ਮੰਡੀ ਮਹੱਲੇ ਦੇ ਵਿੱਚ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਅਨੂਪੀ ਜੀ, ਜਿਨ੍ਹਾਂ ਦਾ ਨਾਮ ਦਇਆ ਕੌਰ ਵੀ ਲਿਖਿਆ ਗਿਆ, ਮਾਤਾ ਅਨੂਪੀ ਜੀ ਦੀ ਗੋਦ ਤੋਂ ਪ੍ਰਕਾਸ਼ ਹੋਇਆ। ਇੱਧਰ ਜਨਮ ਲਿਆ ਗੁਰੂ ਰਾਮਦਾਸ ਸਾਹਿਬ ਜੀ ਨੇ, ਤੇ ਥੋੜਾ ਹੀ ਸਮਾਂ ਬੀਤਿਆ ਏ ਕਿ ਮਾਂ ਚਲਾਣਾ ਕਰ ਗਈ ਹੈ। 7 ਸਾਲ ਦੀ ਉਮਰ ਹੈ, ਪਿਤਾ ਹਰਦਾਸ ਜੀ ਵੀ ਪਰਲੋਕ ਪਿਆਨਾ ਕਰ ਗਏ ਨੇ। ਤੇ ਲੋਕਾਂ ਨੇ ਕਿਹਾ ਕਿ ਯਤੀਮ ਅਨਾਥ ਬੱਚਾ ਰੁੱਲ ਜਾਵੇਗਾ, ਕਿਉਂਕਿ ਜਿਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਵੇ, ਅਕਸਰ ਉਹ ਬੱਚੇ ਕਹਿੰਦੇ ਅਨਾਥ ਹੋ ਜਾਂਦੇ ਨੇ, ਉਹ ਰੁੱਲ ਜਾਂਦੇ ਨੇ। ਤੇ ਹੋਇਆ ਵੀ ਐਸਾ ਹੀ। ਉਹ ਯਤੀਮ ਅਨਾਥ ਬੱਚਾ ਜਦ ਆਪਣੇ ਰਿਸ਼ਤੇਦਾਰਾਂ ਸ਼ਰੀਕਾਂ ਦੇ ਦਰਵਾਜ਼ੇ ਤੇ ਜਾਂਦਾ ਤੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਲੈਣੇ ਕਿ ਯਤੀਮ ਅਨਾਥ ਬੱਚਾ ਸਾਡੇ ਉੱਤੇ ਬੋਝ ਹੋ ਜਾਵੇਗਾ। ਦੁਨੀਆ ਦੀ ਫਿਤਰਤ ਹੈ, ਬਨ ਜਾਤੇ ਹਾਂ ਸਭ ਆਪਣੇ ਜਬ ਜਰ ਪਾਸ ਹੋਤਾ ਹੈ। ਦੌਲਤ ਕੋਲ ਹੋਵੇ, ਮਾਂ-ਬਾਪ ਕੋਲ ਹੋਣ, ਤੇ ਪਰਾਏ ਵੀ ਆਪਣੇ ਬਣਦੇ ਨੇ। ਤੁਸੀਂ ਦੇਖੋ, ਗਰੀਬ ਦੇ ਬੱਚਿਆਂ ਨੂੰ ਕੋਈ ਵੀ ਘੁੱਟ ਕੇ ਗਲਵੱਕੜੀ 'ਚ ਨਹੀਂ ਲੈਂਦਾ, ਨਾ ਗੋਦੀ ਚੁੱਕਦਾ ਹੈ। ਪਰ ਅਮੀਰਾਂ ਦਾ ਬੱਚਾ ਭਾਵੇਂ ਸੋਹਣਾ ਨਾ ਵੀ ਹੋਵੇ, ਤਾਂ ਵੀ ਉਹਨਾਂ ਦੇ ਮਾਂ-ਬਾਪ ਨੂੰ ਖੁਸ਼ ਕਰਨ ਲਈ ਨਾ ਅਕਸਰ ਲੋਕ ਉਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਪਲੋਸਦੇ ਨੇ, ਗੋਦੀ ਚੁੱਕਦੇ ਨੇ, ਪਿਆਰ ਦਿੰਦੇ ਨੇ। ਦੁਨੀਆ ਦੀ ਫਿਤਰਤ ਹੈ। ਕਹਿੰਦੇ ਗਰੀਬ ਜੋ ਸਾਚੀ ਕਹੈ ਨਾਹਿ ਨਾ ਮਾਨੈ ਕੋਏ, ਅਮੀਰ ਜੋ ਝੂਠੀ ਕਹੇ ਹਾਂਜੀ ਹਾਂਜੀ ਹੋਏ। ਅਮੀਰ ਜੋ ਝੂਠੀ ਕਹੈ ਹਾਂਜੀ ਹਾਂਜੀ ਹੋਏ। ਕਹਿੰਦੇ ਦੁਨੀਆ ਦੀ ਫਿਤਰਤ ਹੈ, ਜਿਹਦੇ ਕੋਲ ਦੌਲਤ ਹੈ ਉਹਦੇ ਸਭ ਆਪਣੇ ਬਣਦੇ ਨੇ। ਬਨ ਜਾਤੇ हैं सब अपने जब जर पास होता है, टूट जाता है वो रिश्ता गरीबी में जो रिश्ता खास होता है। टूट जाता है वो रिश्ता गरीबी में जो रिश्ता खास होता है। सुख में बहु संगी भये दुख में संग ना कोए। ते बच्चे नूं यतीम अनाथ वेख्या, माँ बाप हैन नहीं, कोल कुछ है नहीं, ते सब ने दरवाजे बंद कर लै। जब दरवाजे बंद कर लै, उदास बच्चा घर दे विच बैठा है। इधरों बासर के पिंड तो नानी तुरी कि जाके मैं बच्चे दा हाल चाल लै आवां। जद नानी पुजी है ते दरवाजा भेड़िया होया सी। जद दरवाजे नूं खोलिया नानी ने ना धक्का मार के, अंदर नानी की वेखदी है कि निमाना जा यतीम अनाथ बच्चा गर्दन झुकी हुई, अखां च अथरू ने, ते बिल्कुल उदास बैठा है। नानी दा एक वारी कलेजा पाट गया वेख के, ते दोवें बाहां फैलाइयां, आवाज मारी मेरे बच्चे। बच्चे ने एकदम जद नानी दी आवाज सुनी, जिसदा कोई सहारा नजर नहीं सी आ रहा, ਉਹਨੇ जद नानी नूं सामने वेख्या, एकदम ही दौड़ के नानी दी गोद च गया। नानी ने घुट गलवकड़ी च लैके अपनी छाती सीने नाल लाया, मत्था चुम्मिया, ते सब कुछ समझ गई नानी। नानी ने कह दिता, मेरे बच्चे, ना तेरा कोई सहारा ना मेरा कोई सहारा, छड़ दुनिया दे सहारियां नूं, अज दिन तो तू मेरा सहारा बन जा। मैं तेरा सहारा बन जांदी हां, ते सब तो वड्डा सहारा वो मालक वाहिगुरू जी दा जो है, उस दे थल्ले आ जांदे हां। उस सहारे नूं पकड़दे हां ते बाहों फड़िया
ਤੇ ਬਾਸਰ ਕੇ ਲੈ ਆਈ। ਹੁਣ ਜਦ ਬਾਸਰ ਕੇ ਪਿੰਡ ਲੈ ਆਈ ਤੇ ਗਰੀਬ ਨਾਨੀ ਹੈ, ਬਜ਼ੁਰਗ ਹੋ ਚੁੱਕੀ ਹੈ ਤੇ ਕੋਲ ਕੁਝ ਪੈਸੇ ਨੇ। ਸੋਚਿਆ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ, ਤੇ ਸੋਚ ਕੇ ਕੁਝ ਘੁੰਗੜੀਆਂ ਉਬਾਲੀਆਂ ਨੇ। ਉਦੋਂ ਲੋਕ ਨਾ ਘੁੰਗੜੀਆਂ ਜਾਂ ਫਿਰ ਛੋਲੇ ਉਬਾਲ ਕੇ ਤੇ ਛਾਬੇ 'ਚ ਵੇਚਦੇ ਹੁੰਦੇ ਸੀ। ਤੇ ਘੁੰਗੜੀਆਂ ਉਬਾਲ ਕੇ ਤੇ ਛਾਬਾ ਭਰ ਕੇ ਤੇ ਛਾਬੇ ਨੂੰ ਇਉਂ ਕੱਪੜੇ ਨਾਲ ਬੰਨ੍ਹ ਕੇ ਤੇ ਬੱਚੇ ਦੇ ਗਲੇ 'ਚ ਪਾਇਆ ਤੇ ਕਹਿ ਦਿੱਤਾ, ਮੇਰੇ ਬੱਚੇ ਜਾ ਹੋਕਾ ਦੇ, ਘੁੰਗੜੀਆਂ ਲੈ ਲਓ, ਘੁੰਗੜੀਆਂ ਲੈ ਲਓ। ਤੇ ਲੋਕ ਇਹ ਤੇਰੇ ਤੋਂ ਖਰੀਦਣਗੇ ਤੇ ਸ਼ਾਮ ਤੱਕ ਜੋ ਛਾਬਾ ਇਹ ਖਾਲੀ ਹੋ ਜਾਵੇਗਾ, ਜੋ ਬਚਤ ਹੋਵੇਗੀ ਉਹਦੇ ਨਾਲ ਆਪਾਂ ਦੋ ਪ੍ਰਸ਼ਾਦੇ ਛਕਾਂਗੇ ਤੇ ਮੂਲ ਜੋ ਹੋਵੇਗਾ ਉਹਦੇ ਨਾਲ ਕੱਲ ਫੇਰ ਮੈਂ ਤੈਨੂੰ ਛਾਬਾ ਭਰ ਦਿਆਂਗੀ। ਆਗਿਆਕਾਰੀ ਬੱਚੇ। ਭਾਈ ਜੇਠਾ ਜੀ, ਗੁਰੂ ਰਾਮਦਾਸ ਸਾਹਿਬ ਜੀ ਆਰੰਭ ਤੋਂ ਹੀ ਬਹੁਤ ਨਿਮਾਣੇ, ਨਿਮਰਤਾ ਵਾਲੇ ਤੇ ਆਗਿਆਕਾਰੀ ਸਨ। ਨਾਨੀ ਨੂੰ ਇੱਕ ਵਾਰੀ ਨਹੀਂ ਕਿਹਾ ਕਿ ਨਾਨੀ ਮੈਂ ਛੋਟਾ ਜਿਹਾ ਬੱਚਾ, ਮੈਂ ਕਿਸ ਤਰ੍ਹਾਂ ਕੰਮ ਕਰਾਂਗਾ। ਤੇ ਬਾਹਰ ਨਿਕਲ ਗਏ ਤੇ ਜਿਸ ਵੇਲੇ ਹੋਕਾ ਦਿੱਤਾ ਨਾ, ਘੁੰਗੜੀਆਂ ਲੈ ਲਓ, ਘੁੰਗੜੀਆਂ ਲੈ ਲਓ, ਉਹ ਆਵਾਜ਼ ਇਤਨੀ ਸੁਰੀਲੀ ਸੀ, ਇਤਨੀ ਮਿੱਠੀ ਆਵਾਜ਼ ਸੀ ਕਿ ਜਿਹਦੇ ਕੰਨਾਂ 'ਚ ਪੈ ਜਾਂਦੀ ਸੀ ਇਉਂ ਲੱਗਦਾ ਸੀ ਕਿ ਮਿਠਾਸ ਘੁਲ ਗਈ। ਹਰ ਇੱਕ ਬੰਦਾ ਮੁੜ ਕੇ ਵੇਖਣ ਤੇ ਮਜਬੂਰ ਹੋ ਜਾਂਦਾ ਸੀ। ਜਿਹੜੇ ਘਰਾਂ 'ਚ ਬੈਠੇ ਹੁੰਦੇ ਸਨ ਉਹ ਨਿਕਲ ਕੇ ਬਾਹਰ ਵੇਖਣ ਤੇ ਮਜਬੂਰ ਹੋ ਜਾਂਦੇ ਸੀ ਕਿ ਆਵਾਜ਼ ਕਿਸ ਦੀ ਹੈ। ਤੇ ਜਿਹੜਾ ਵੀ ਇੱਕ ਵਾਰੀ ਰੁਕ ਜਾਂਦਾ ਸੀ ਜਾਂ ਘਰੋਂ ਬਾਹਰ ਨਿਕਲ ਆਉਂਦਾ ਸੀ, ਉਹ ਜਦ ਬੱਚੇ ਨੂੰ ਵੇਖਦਾ ਸੀ ਜਿਸ ਬਾਰੇ ਕਿਹਾ ਗਿਆ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਇਤਨੇ ਸੁੰਦਰ ਸਰੂਪ ਸਨ ਭਾਈ ਜੇਠਾ ਜੀ, ਗੁਰੂ ਰਾਮਦਾਸ ਸਾਹਿਬ ਜੀ, ਕਿ ਜੋ ਵੇਖਦਾ ਸੀ ਉਹ ਮੋਹਿਆ ਜਾਂਦਾ ਸੀ। ਬੱਚੇ ਨੂੰ ਵੇਖਦਾ ਹੀ ਰਹਿ ਜਾਂਦਾ ਸੀ ਤੇ ਉਹ ਘੁੰਗੜੀਆਂ ਖਰੀਦ ਕੇ ਉੱਥੋਂ ਹਟਦਾ ਸੀ। ਬਹੁਤ ਛੇਤੀ ਛਾਬਾ ਖਾਲੀ ਹੋ ਜਾਣਾ ਤੇ ਵਾਪਸ ਨਾਨੀ ਕੋਲ ਆ ਜਾਣਾ। ਇਉਂ ਹੀ ਰੋਜੀ ਰੋਟੀ ਚੱਲ ਰਹੀ ਸੀ। ਤੇ ਇੱਕ ਦਿਨ ਹੋਇਆ ਕਿ ਬਾਸਰ ਕੇ ਪਿੰਡ ਦੇ ਬਾਹਰ ਨਾ ਇੱਕ ਤਲਾਅ ਸੀ, ਸਰੋਵਰ ਜਿਹਾ। ਤੇ ਲੋਕ ਪਹਿਲਾਂ ਨਾ ਤਲਾਅ ਜਿਹੜੇ ਹੁੰਦੇ ਸਨ ਉਹਨਾਂ ਵਿੱਚ ਇਸ਼ਨਾਨ ਵੀ ਕਰਦੇ ਹੁੰਦੇ ਸਨ। ਤੇ ਗਰਮੀਆਂ ਦੇ ਦਿਨ ਸਨ, ਕੋ ਸਾਧੂ ਇੱਥੋਂ ਲੰਘੇ ਤੇ ਸਾਧੂਆਂ ਦੇ ਨਾ ਉਹ ਤਲਾਅ ਵੇਖ ਕੇ ਤੇ ਉਹਦੇ 'ਚ ਇਸ਼ਨਾਨ ਕਰਨਾ ਆਰੰਭ ਕੀਤਾ। ਉਹ ਇਸ਼ਨਾਨ ਕਰ ਰਹੇ ਸਨ ਤੇ ਇਤਨੇ ਨੂੰ ਭਾਈ ਜੇਠਾ ਜੀ ਨੇ ਆਵਾਜ਼ ਦਿੱਤੀ, ਘੁੰਗੜੀਆਂ ਲੈ ਲਓ, ਘੁੰਗੜੀਆਂ ਲੈ ਲਓ। ਜਦੋਂ ਉਹਨਾਂ ਨੇ ਸੁਣਿਆ ਤੇ ਆਵਾਜ਼ ਮਾਰੀ, ਬੱਚੇ ਇੱਧਰ ਆ, ਤੇ ਚਲੇ ਗਏ। ਤੇ ਸਾਧੂਆਂ ਨੇ ਕਿਹਾ, ਬੱਚੇ ਸਾਨੂੰ ਭੁੱਖ ਲੱਗੀ ਹੈ। ਤੁਸੀਂ ਦੇਖੋ ਗੁਰੂ ਨਾਨਕ ਦੇਵ ਸਾਹਿਬ ਜੀ ਵਾਲਾ ਇਹ ਗੁਣ ਕਿ ਜਿਸ ਤਰ੍ਹਾਂ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ, ਉਹ ਸਾਧਾਂ ਨੂੰ ਛਕਾ ਆਏ ਸਨ, ਸਭ ਕੁਝ ਖਵਾ ਆਏ ਸਨ। ਬਿਲਕੁਲ ਇਉਂ ਭਾਈ ਜੇਠਾ ਜੀ ਨੇ ਉਹ ਦੋਨਾਂ ਹੱਥਾਂ ਨਾਲ ਘੁੰਗੜੀਆਂ ਦੇਣੀਆਂ ਆਰੰਭ ਕੀਤੀਆਂ। ਸਾਧੂ ਹੱਸਦਿਆਂ ਕਹਿੰਦੇ ਨੇ ਕਿ ਬੱਚੇ ਤੇਰੇ ਹੱਥ ਬੜੇ ਛੋਟੇ ਨੇ ਤੇ ਸਾਡੇ ਢਿੱਡ ਬੜੇ ਵੱਡੇ ਨੇ, ਤੇ ਭੁੱਖ ਕਿਸ ਤਰ੍ਹਾਂ ਦੂਰ ਹੋਵੇਗੀ। ਤੇ ਪੂਰਾ ਛਾਬਾ ਹੀ ਸਾਹਮਣੇ ਰੱਖ ਦਿੱਤਾ, ਛਾਬਾ ਰੱਖ ਦਿੱਤਾ। ਸਾਧੂ ਸਨ, ਸਾਰੇ ਹੀ ਛੱਕ ਗਏ। ਖਾਲੀ ਛਾਬਾ ਲੈ ਕੇ ਘਰ ਪਰਤੇ। ਘਰ ਜਦ ਆਏ ਤੇ ਨਾਨੀ ਨੇ ਪੁੱਛ ਲਿਆ, ਬੱਚੇ ਅੱਜ ਦੀ ਬਚਤ? ਕਹਿਣ ਲੱਗੇ, ਨਾਨੀ ਬਚਤ ਦੀ ਗੱਲ ਕੀ ਕਰਦੇ ਹੋ, ਅੱਜ ਤੇ ਮੂਲ ਵੀ ਸਾਰਾ ਸਾਧੂਆਂ ਨੂੰ ਛਕਾ ਆਇਆ। ਉਹ ਭੁੱਖੇ ਸਨ। ਗਰੀਬੀ। ਨਾਨੀ ਦੀ ਅੱਖਾਂ 'ਚ ਅਥਰੂ ਆ ਗਏ ਤੇ ਬਾਹਾਂ ਉੱਪਰ ਚੁੱਕ ਲਈਆਂ ਵੀ ਇਹੋ ਜਿਹੇ ਪਿਆਰੇ ਬੱਚੇ ਨੂੰ ਮੈਂ ਕਹਾਂ ਵੀ ਕੀ। ਤੇ ਬਾਹਾਂ ਉੱਪਰ ਚੁੱਕ ਕੇ ਇੱਕ ਆਵਾਜ਼ ਮਾਰੀ, ਅਰਦਾਸ ਕੀਤੀ, ਐ ਮੇਰੇ ਮਾਲਕ ਵਾਹਿਗੁਰੂ, ਜਿਸ ਬੱਚੇ ਕੋਲ ਕੁਝ ਨਹੀਂ ਹੈ ਤਾਂ ਤੁਸੀਂ ਇਹਨੂੰ ਇੰਨਾ ਵੱਡਾ ਦਿਲ ਦਿੱਤਾ ਏ ਕਿ ਆਪਣੇ ਮੂੰਹ ਦੀ ਬੁਰਕੀ ਵੀ ਦੂਜੇ ਦੇ ਮੂੰਹ 'ਚ ਪਾ ਕੇ ਆ ਸਕਦਾ ਏ। ਤੈਨੂੰ ਇਤਨਾ ਕੁਝ ਦੇ ਦਿਓ ਕਿ ਦੋਨਾਂ ਹੱਥਾਂ ਨਾਲ ਵੰਡਦਾ ਰਵੇ ਤੇ ਕਦੀ ਤੋਟ ਹੀ ਨਾ ਆਵੇ।
ਕਦੀ ਤੋਟ ਹੀ ਨਾ ਆਵੇ। ਤੇ ਉਹੀ ਗੱਲ ਬਣੀ ਸੀ ਨਾ ਫਿਰ, ਕਰਤਾ ਪੁਰਖ ਤਾਲ ਦਿਵਾਇਆ, ਪਿੱਛੇ ਲਗ ਚੱਲੀ ਮਾਇਆ, ਤੋਟ ਨਾ ਕਤਹੂ ਆਵੈ, ਪੂਰੇ ਸਤਿਗੁਰ ਭਾਵੈ। ਅੱਜ ਦੇਖੋ ਦਰਬਾਰ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਮਾਇਆ ਰੁੱਲ ਰਹੀ ਹੈ, ਸੋਨੇ ਦੇ ਅੰਬਾਰ ਲੱਗੇ ਨੇ। ਜੋ ਜਾਂਦਾ ਏ ਝੋਲੀਆਂ ਭਰ ਕੇ ਆਉਂਦਾ ਹੈ, ਉੱਥੇ ਜੇ ਭਿਖਾਰੀ ਚਲਾ ਜਾਵੇ ਰਾਜਾ ਬਣ ਕੇ ਆਉਂਦਾ ਏ, ਤੇ ਉੱਥੇ ਰਾਜੇ ਮਹਾਰਾਜੇ ਜਾ ਕੇ ਨਤਮਸਤਕ ਹੁੰਦੇ ਨੇ, ਆਪਣਾ ਸਿਰ ਝੁਕਾਉਂਦੇ ਨੇ। ਕਿਸਨੇ ਸੋਚਿਆ ਸੀ ਕਿ ਇੱਕ ਯਤੀਮ ਅਨਾਥ ਬੱਚਾ ਗਲੀਆਂ ਦੇ ਚ ਰੋਲਣ ਵਾਲਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ ਬਣ ਜਾਣਗੇ। ਹੋਇਆ ਕੀ ਕਿ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਬਾਸਰਕੇ ਪਿੰਡ ਦੇ ਰਹਿਣ ਵਾਲੇ ਸਨ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ 'ਚ ਖੰਡੂਰ ਸਾਹਿਬ ਚਲੇ ਗਏ ਸਨ। ਤੇ ਕਿਰਪਾ ਹੋ ਗਈ ਤੇ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੇਖ ਲਿਆ ਕਿ ਗੁਰਗੱਦੀ ਦੇ ਮਾਲਕ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਹੀ ਬਣਨਾ ਹੈ, ਪਰ ਇੱਥੇ ਹੋਣਗੇ ਭਾਈ ਦਾਤੂ ਤੇ ਦਾਸੂ ਦੋਨੋਂ ਪੁੱਤਰ, ਤੇ ਇਹਨਾਂ ਨੇ ਪਾਉਣਾ ਝਗੜਾ। ਤੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਤੋਂ ਗੁਰਗੱਦੀ ਦੇ ਕੇ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖੰਡੂਰ ਭੇਜ ਦਿੱਤਾ ਸੀ ਵੀ ਖੰਡੂਰ ਨੂੰ ਜਾ ਕੇ ਵਸਾਓ, ਬਿਲਕੁਲ ਇਉਂ ਗੁਰੂ ਅੰਗਦ ਦੇਵ ਸਾਹਿਬ ਜੀ ਜਾਣੀ ਜਾਣ ਸਤਿਗੁਰੂ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਗੋਇੰਦਵਾਲ ਸਾਹਿਬ ਵਸਾਓ। ਹੁਣ ਗੋਇੰਦਵਾਲ ਸਾਹਿਬ ਜਦ ਵਸਾਉਣਾ ਆਰੰਭ ਕੀਤਾ ਤੇ ਫਿਰ ਉੱਥੇ ਬੰਦੇ ਤੇ ਬਾਹਰੋਂ ਹੀ ਲੈ ਕੇ ਵਸਾਉਣੇ ਸਨ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਬਰਾਦਰੀ ਰਹਿੰਦੀ ਸੀ ਬਾਸਰਕੇ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮੰਨਣ ਵਾਲੀ ਸੰਗਤ ਉੱਥੇ ਰਹਿੰਦੀ ਸੀ, ਤੇ ਬਾਸਰਕੇ ਪਿੰਡ ਹੋਰ ਪਿੰਡਾਂ ਤੋਂ ਲੋਕ ਲਿਆਏ ਗਏ। ਗੁਰੂ ਅਮਰਦਾਸ ਸਾਹਿਬ ਜੀ ਨੇ ਬਾਸਰਕੇ ਵੀ ਜਾ ਕੇ ਕਿਹਾ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਹੁਕਮ ਹੋਇਆ ਤੇ ਨਵਾਂ ਨਗਰ ਵਸ ਰਿਹਾ ਹੈ, ਜੋ ਕਿ ਇੱਕ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਬਣੇਗਾ। ਤੇ ਲੋਕਾਂ ਨੇ ਸੋਚਿਆ ਜਿੱਥੇ ਗੁਰੂ ਵਸੇਗਾ, ਤੀਰਥ ਸਥਾਨ ਬਣੇਗਾ, ਤੇ ਬੜੀ ਸੰਗਤ ਆਇਆ ਕਰੇਗੀ। ਤੇ ਲੋਕਾਂ ਨੂੰ ਇਹ ਵੀ ਹੋਇਆ ਕਿ ਉੱਥੇ ਵਪਾਰ ਵੀ ਹੋਇਆ ਕਰੇਗਾ, ਸਾਡਾ ਕਾਰ ਵਿਹਾਰ ਚੱਲੇਗਾ। ਤੇ ਲੋਕ ਆਸ ਵਿੱਚ ਉੱਥੇ ਵਸਣ ਲੱਗੇ, ਜਾਣ ਲੱਗੇ। ਤੇ ਨਾਨੀ ਨੇ ਵੀ ਆਪਣੇ ਦੋਤਰੇ ਦੀ ਬਾਹ ਫੜੀ ਤੇ ਕਿਹਾ ਗੁਰੂ ਦਾ ਨਗਰ ਵਸ ਰਿਹਾ, ਆਪਾਂ ਵੀ ਉੱਥੇ ਚੱਲ ਕੇ ਵਸਦੇ ਹਾਂ। ਜਦੋਂ ਉੱਥੇ ਪੁੱਜੇ, ਵਕਤ ਪਾ ਕੇ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਦੇ ਮਾਲਕ ਬਣ ਗਏ, ਤੇ ਗੋਇੰਦਵਾਲ ਸਾਹਿਬ ਬੜੀ ਵੱਡੀ ਰੌਣਕ ਲੱਗ ਗਈ। ਨਾਨੀ ਤੇ ਦੋਤਰਾ ਇੱਥੇ ਆ ਕੇ ਵਸੇ ਨੇ, ਤੇ ਇੱਥੇ ਵੀ ਭਾਈ ਜੇਠਾ ਜੀ ਨੇ ਉਹੀ ਕੰਮ ਜਾਰੀ ਰੱਖਿਆ ਕਿ ਘੁੰਗੜੀਆਂ ਦਾ ਛਾਬਾ ਉਬਾਲ ਕੇ ਨਾਨੀ ਦੇ ਦਿੰਦੀ ਹੈ, ਤੇ ਹੋਕਾ ਦੇ ਕੇ ਵੇਚ ਕੇ ਆਉਂਦੇ ਨੇ, ਤੇ ਬਾਕੀ ਦਾ ਸਾਰਾ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਸੇਵਾ ਵਿੱਚ ਬਿਤਾਉਂਦੇ ਨੇ। ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਤੱਪੜ ਝਾੜਦੇ ਨੇ, ਝਾੜੂ ਪੋਚਾ ਰਾਤ ਵੇਲੇ ਲੰਗਰ ਦੀ ਸੇਵਾ ਤੋਂ ਬਾਅਦ ਕਰਦੇ ਨੇ, ਜੂਠੇ ਭਾਂਡੇ ਮਾਂਜਦੇ ਨੇ, ਸੇਵਾ ਵਿੱਚ ਬੜਾ ਆਨੰਦ ਲੈਂਦੇ ਨੇ। ਇੱਕ ਦਿਨ ਕੀ ਹੋਇਆ ਕਿ ਨਾਨੀ ਨੂੰ ਮਹਿਸੂਸ ਹੋ ਗਿਆ ਕਿ ਅਖੀਰ ਵੇਲਾ ਹੈ, ਤੇ ਬੱਚੇ ਦੀ ਬਾਹ ਫੜੀ ਤੇ ਚਲੀ ਗਈ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ, ਤੇ ਕਿਹਾ ਮੇਰੇ ਸਤਿਗੁਰੂ, ਜਿਸ ਦਾ ਕੋਈ ਸਹਾਰਾ ਨਹੀਂ ਹੁੰਦਾ ਉਸ ਦਾ ਸਹਾਰਾ ਗੁਰੂ ਹੁੰਦਾ ਹੈ। ਇਸ ਦਾ ਕੋਈ ਸਹਾਰਾ ਨਹੀਂ ਹੈ, ਮਾਂ-ਬਾਪ ਤਾਂ ਆਰੰਭ ਵਿੱਚ ਹੀ ਚਲੇ ਗਏ, ਤੇ ਮੈਂ ਨਾਨੀ ਮੈਨੂੰ ਵੀ ਬੁਲਾਵਾ ਆ ਗਿਆ ਹੈ ਸੰਸਾਰ ਤੋਂ ਜਾਣ ਦਾ, ਉਹ ਸਮਾਂ ਮਹਿਸੂਸ ਹੋ ਗਿਆ ਮੈਨੂੰ। ਤੇ ਸਤਿਗੁਰੂ ਇਸ ਅਨਾਥ ਯਤੀਮ ਬੱਚੇ ਦੀ ਬਾਂਹ ਤੁਸੀਂ ਫੜ ਲਓ। ਗੁਰੂ ਅਮਰਦਾਸ ਸਾਹਿਬ ਜੀ ਨੇ ਨਜ਼ਰ ਭਰ ਕੇ ਵੇਖਿਆ ਕਿਰਪਾ ਰੂਪੀ ਨਿਗਾਹ ਨਾਲ, ਤੇ ਕਹਿ ਦਿੱਤਾ ਕਿ ਇਹ ਯਤੀਮ ਅਨਾਥ ਨਹੀਂ ਹੈ, ਇਹ ਤੇ ਕਿਤਨੇ ਹੀ ਯਤੀਮਾਂ ਨੂੰ, ਅਨਾਥਾਂ ਨੂੰ ਸਹਾਰਾ ਦੇਣ ਵਾਲਾ ਬਣੇਗਾ। ਕਿਸ ਨੂੰ ਪਤਾ ਸੀ ਅੱਜ ਉਸੇ ਅੰਮ੍ਰਿਤਸਰ ਵਿੱਚ ਯਤੀਮ ਖਾਨਾ ਵੀ ਹੋਵੇਗਾ, ਪਿੰਗਲਵਾੜਾ ਵੀ ਹੋਵੇਗਾ, ਕਿਤਨਿਆਂ ਨੂੰ ਉੱਥੇ ਸੰਭਾਲਿਆ ਜਾਵੇਗਾ। ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਕਿੰਨੇ ਲੋਕਾਂ ਨੂੰ ਸੰਭਾਲ ਰਿਹਾ ਹੈ ਹਰ ਜਗ੍ਹਾ।
ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਤੇ ਸਿਰ ਉੱਤੇ ਹੱਥ ਰੱਖ ਦਿੱਤਾ। ਸਤਿਗੁਰ ਸੁਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ। ਨਾਨੀ ਤੇ ਚਲਾਣਾ ਕਰ ਗਈ। ਤੇ ਭਾਈ ਜੇਠਾ ਜੀ ਹੁਣ ਵੱਡੇ ਹੋਣ ਲੱਗੇ ਨੇ, ਸਹਜੇ ਸਹਜੇ ਸੇਵਾ ਕਰਦਿਆਂ ਜਵਾਨ ਹੋਣ ਲੱਗੇ। ਤੇ ਜਦ ਜਵਾਨ ਹੋ ਗਏ ਨੇ ਤੇ ਇੱਕ ਦਿਨ ਭਾਣਾ ਵਰਤਾਇਆ ਸਤਿਗੁਰੂ ਨੇ। ਗੁਰੂ ਅਮਰਦਾਸ ਸਾਹਿਬ ਜੀ ਤੇ ਉਹਨਾਂ ਦੇ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਮਨਸਾ ਦੇਵੀ ਜੀ ਉਹ ਨਾਲ ਬੈਠੇ ਨੇ। ਤੇ ਅਚਾਨਕ ਮਾਤਾ ਜੀ ਨੇ ਗੁਰੂਪਤੀ ਨੂੰ ਕਹਿ ਦਿੱਤਾ ਬਚਨ ਕਿ ਸਤਿਗੁਰੂ, ਬੱਚੀ ਭਾਨੀ ਵਿਆਹੁਣ ਜੋਗੀ ਹੋ ਗਈ ਹੈ ਤੇ ਕੋਈ ਵਰ ਵੇਖੋ। ਗੁਰੂ ਅਮਰਦਾਸ ਸਾਹਿਬ ਜੀ ਨੇ ਮੁਸਕਰਾਉਂਦਿਆਂ ਕਹਿ ਦਿੱਤਾ, ਕਿਉਂਕਿ ਕੰਨਾਂ ਵਿੱਚ ਆਵਾਜ਼ ਪੈ ਰਹੀ ਸੀ, ਘੁੰਗੜੀਆਂ ਲੈ ਲਓ, ਘੁੰਗੜੀਆਂ ਲੈ ਲਓ। ਉਹ ਹੋਕਾ ਉੱਥੋਂ ਲੱਗਦਾ ਹੋਇਆ ਇੱਧਰ ਆ ਰਿਹਾ ਸੀ। ਤੇ ਸਤਿਗੁਰੂ ਨੇ ਪੁੱਛ ਲਿਆ, ਭਾਗਵਾਨੇ ਵਰ ਕਿਹੋ ਜਿਹਾ ਹੋਵੇ, ਬੱਚਾ ਕਿਹੋ ਜਿਹਾ ਹੋਵੇ? ਤੇ ਕਹਿਣਾ ਹੀ ਸੀ ਮਾਤਾ ਨੇ, ਕਿਉਂਕਿ ਰੋਜ਼ ਵੇਖਦੇ ਸਨ ਇਹਨੂੰ, ਅਤ ਸੁੰਦਰ ਅਤ ਸੋਹਣੇ ਭਾਈ ਜੇਠਾ ਜੀ ਨੂੰ। ਤੇ ਕੰਨਾਂ 'ਚ ਆਵਾਜ਼ ਪਈ ਤੇ ਮਾਤਾ ਜੀ ਕਹਿੰਦੇ, ਸਤਿਗੁਰੂ ਜੀ ਜੇ ਮੈਨੂੰ ਪੁੱਛਦੇ ਹੋ ਤੇ ਬੱਚਾ ਬਿਲਕੁਲ ਜੇਠੇ ਵਰਗਾ ਹੋਵੇ, ਇਹੋ ਜਿਹਾ ਅਤ ਸੋਹਣਾ ਹੋਵੇ ਤੇ ਆਗਿਆਕਾਰੀ ਹੋਵੇ, ਸਮਝਦਾਰ ਹੋਵੇ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਗੱਲ ਨੂੰ ਸਮਝ ਲੈਣਾ, ਇਹੋ ਜਿਹਾ ਹੋਵੇ ਕਿਹਾ ਸੀ ਮਾਤਾ ਜੀ ਨੇ, ਇਹ ਹੋਵੇ ਨਹੀਂ ਕਿਹਾ ਸੀ, ਇਹੋ ਜਿਹਾ ਹੋਵੇ। ਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਭਾਗਵਾਨੇ ਇਹੋ ਜਿਹਾ ਤੇ ਫਿਰ ਇਹ ਹੀ ਹੈ, ਇਸ ਵਰਗਾ ਹੋਰ ਕੋਈ ਨਹੀਂ ਹੋ ਸਕਦਾ, ਇਸੇ ਨੂੰ ਹੀ ਦੇ ਦਿੰਦੇ ਆ ਰਿਸ਼ਤਾ। ਹੁਣ ਜਿੱਥੇ ਗੁਰੂ ਕਹਿ ਦਵੇ ਕੌਣ ਬੋਲੇ। ਸਿਰ ਨਿਵਾ ਦਿੱਤਾ ਸਭ ਨੇ। ਤੇ ਭਾਈ ਜੇਠਾ ਜੀ ਨਾਲ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਪੜਾ ਦਿੱਤਾ ਗਿਆ। ਜਦ ਆਨੰਦ ਕਾਰਜ ਪੜਾਇਆ ਨਾ, ਤੇ ਜਿਹੜੇ ਲਾਹੌਰ ਰਹਿਣ ਵਾਲੇ ਚਾਚੇ ਤਾਏ ਸਨ, ਜਿਨ੍ਹਾਂ ਸ਼ਰੀਕਾਂ ਨੇ ਕਦੀ ਦਰਵਾਜ਼ਾ ਬੰਦ ਕਰ ਲਿਆ ਸੀ ਭਾਈ ਜੇਠਾ ਲਈ, ਬੱਚੇ ਲਈ, ਕਿ ਯਤੀਮ ਅਨਾਥ ਬੱਚਾ ਸਾਡੇ ਉੱਤੇ ਬੋਝ ਹੋ ਜਾਵੇਗਾ, ਅੱਜ ਜਦ ਉਹਨਾਂ ਨੂੰ ਪਤਾ ਲੱਗਾ ਕਿ ਜੇਠਾ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਦਮਾਦ ਬਣ ਗਿਆ, ਗੁਰੂ ਨਾਨਕ ਦੇ ਘਰ ਦਾ ਮਾਲਕ ਬਣ ਗਿਆ, ਤੇ ਇਹਨਾਂ ਨੇ ਸੋਚਿਆ ਸਾਡਾ ਰੁਤਬਾ ਤੇ ਬਹੁਤ ਚੋਟੀ ਦਾ ਹੋ ਗਿਆ। ਹੁਣ ਕਹਿੰਦੇ ਨੇ ਸਭ ਨੂੰ ਕਿ ਸਾਡਾ ਜੇਠਾ ਨਾ ਗੁਰੂ ਅਮਰਦਾਸ ਸਾਹਿਬ ਜੀ ਦਾ ਦਮਾਦ ਹੈ, ਅੱਜ ਸਾਡਾ ਹੋ ਗਿਆ। ਸਾਡਾ ਜੇਠਾ ਗੁਰੂ ਅਮਰਦਾਸ ਸਾਹਿਬ ਜੀ ਦਾ ਦਮਾਦ ਹੈ। ਤੇ ਇੱਕ ਦਿਨ ਨਾ ਸਲਾਹ ਕਰਕੇ ਤਿਆਰੀ ਕਰ ਲਈ, ਚਲੋ ਜੀ ਚੱਲਦੇ ਆਂ ਗੁਰੂ ਅਮਰਦਾਸ ਸਾਹਿਬ ਜੀ ਕੋਲ। ਸੰਗਤ ਤੇ ਸਾਰੀ ਥੱਲੇ ਬੈਠੀ ਹੋਵੇਗੀ ਤੇ ਅਸੀਂ ਹਾਂ ਕੁੜਮ, ਤੇ ਸਾਨੂੰ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਨਾਲ ਉੱਪਰ ਤਖਤ ਤੇ ਬਿਠਾਉਣਗੇ, ਸਾਡਾ ਰੁਤਬਾ ਤੇ ਚੋਟੀ ਦਾ ਹੋ ਜਾਵੇਗਾ। ਤੇ ਪੁੱਜ ਗਏ ਗੋਇੰਦਵਾਲ ਸਾਹਿਬ ਤਿਆਰੀ ਕਰਕੇ। ਜਦ ਗੋਇੰਦਵਾਲ ਸਾਹਿਬ ਪੁੱਜੇ, ਪਹਿਲੀ ਵਾਰੀ ਗਏ ਸਨ, ਤੇ ਕਿਸੇ ਨੂੰ ਪੁੱਛਣ ਲੱਗੇ ਵੀ ਸਾਡਾ ਜੇਠਾ ਗੁਰੂ ਅਮਰਦਾਸ ਸਾਹਿਬ ਜੀ ਦਾ ਦਮਾਦ ਹੈ, ਉਹ ਕਿੱਥੇ ਮਿਲੇਗਾ? ਉਹ ਪੁੱਛ ਹੀ ਰਹੇ ਸਨ। ਤੇ ਭਾਈ ਜੇਠਾ ਜੀ ਉਦੋਂ, ਕਿਉਂਕਿ ਬਾਉਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ, ਤੇ ਭਾਈ ਜੇਠਾ ਜੀ ਮਿੱਟੀ ਢੋਣ ਦੀ ਸੇਵਾ ਕਰ ਰਹੇ ਸਨ। ਹੋਰ ਬੜੀ ਸੰਗਤ, ਕਿਉਂਕਿ ਮਿੱਟੀ ਕੱਢੀ ਜਾ ਰਹੀ ਸੀ, ਬਾਵਲੀ ਖੋਦੀ ਜਾ ਰਹੀ ਸੀ, ਤੇ ਸਿਰ ਉੱਤੇ ਮੁੰਡਾਸਾ ਬੰਨਿਆ ਹੋਇਆ, ਤੇ ਮਿੱਟੀ ਦੀ ਟੋਕਰੀ ਸਿਰ ਉੱਤੇ। ਤੇ ਵੇਖਿਆ ਕਿ ਇਹ ਤੇ ਮੇਰੇ ਤਾਏ ਚਾਚੇ ਨੇ। ਉਹ ਨਹੀਂ ਪਛਾਣ ਸਕੇ, ਕਿਉਂਕਿ ਹੁਣ ਜਵਾਨ ਹੋ ਗਏ ਸਨ, ਪਰ ਇਹਨਾਂ ਨੇ ਪਛਾਣ ਲਿਆ। ਤੇ ਮਿੱਟੀ ਦੀ ਟੋਕਰੀ ਸਿੱਟ ਕੇ, ਖਾਲੀ ਟੋਕਰੀ ਹੱਥ 'ਚ, ਤੇ ਆ ਕੇ ਪੈਰੀ ਹੱਥ ਲਾ ਕੇ ਕਹਿੰਦੇ ਨੇ, ਤਾਇਆ ਜੀ ਮੈਂ ਹਾਂ ਤੁਹਾਡਾ ਜੇਠਾ। ਕਹਿੰਦੇ ਜਿਉਂ ਹੀ ਕਿਹਾ ਨਾ ਕਿ ਮੈਂ ਹਾਂ ਤੁਹਾਡਾ ਜੇਠਾ, ਉਹ ਜਿਹੜੇ ਚਾਚੇ ਤਾਏ ਸਨ ਉਹਨਾਂ ਦਾ ਤੇ ਚਿਹਰਾ, ਅੱਖਾਂ ਕ੍ਰੋਧ ਨਾਲ ਲਾਲ ਹੋ ਗਈਆਂ, ਕਾਲੇ ਪੀਲੇ ਹੋ ਗਏ ਉਹ। ਤੇ ਕਹਿਣ ਲੱਗੇ, ਤੂੰ ਦਮਾਦ ਹੋ ਕੇ ਸਹੁਰਾ ਪਰਿਵਾਰ ਕੋਲ ਮਿੱਟੀ ਦੀ ਟੋਕਰੀਆਂ ਚੁੱਕ ਰਿਹਾ, ਤੂੰ ਤੇ ਸਾਡੀ ਕੁੱਲ ਨੂੰ ਦਾਗ ਲਵਾ ਦਿੱਤਾ। ਤੇ ਬਾਹੋਂ ਫੜ ਲਿਆ ਤੇ ਲੈ ਕੇ ਨਾ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਸਾਹਮਣੇ ਪੁੱਜ ਗਏ। ਇਤਿਹਾਸਕਾਰਾਂ ਨੇ ਬਚਨ ਲਿਖੇ ਨੇ, ਕਹਿੰਦੇ ਆਕੜ 'ਚ ਪਹੁੰਚੇ ਕੁੜਮ ਬਣ ਕੇ,
ਤੇ ਮੱਥਾ ਵੀ ਨਹੀਂ ਟੇਕਿਆ, ਮਸਤਕ ਵੀ ਨਹੀਂ ਨਿਵਾਇਆ, ਤੇ ਸਾਹਮਣੇ ਖੜੇ ਹੋ ਕੇ ਕਹਿੰਦੇ ਨੇ ਸਤਿਗੁਰੂ ਜੀ, ਇਉਂ ਹੀ ਦੀਵਾਨ ਸਜਿਆ ਹੋਇਆ ਸੀ, ਗੁਰੂ ਅਮਰਦਾਸ ਸਾਹਿਬ ਜੀ ਤਖਤ ਤੇ ਬਿਰਾਜਮਾਨ ਨੇ, ਤੇ ਕਹਿੰਦੇ ਸਤਿਗੁਰੂ ਜੀ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ। ਇਹ ਕਿੱਥੋਂ ਸਾਡੀ ਕੁੱਲ ਵਿੱਚ ਵੰਸ਼ ਚ ਜੰਮ ਪਿਆ, ਇਹਨੇ ਤੇ ਲਾਜ ਹੀ ਗਵਾ ਦਿੱਤੀ ਹੈ। ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ। ਕਹਿੰਦੇ ਮਾਂ ਬਾਪ ਦੇ ਗੁਜ਼ਰਦਿਆਂ ਹੀ ਇਹਨੇ ਘਰ ਛੱਡ ਦਿੱਤਾ, ਇਹ ਨਹੀਂ ਕਹਿੰਦੇ ਨੇ ਕਿ ਘਰ ਛੱਡਵਾ ਦਿੱਤਾ। ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ। ਇਹ ਅਭਾਗਾ ਨਿਭਾਗਾ ਕਿ ਸਹੁਰਾ ਪਰਿਵਾਰ ਵਿੱਚ ਵਸ ਗਿਆ। ਇਸਨੇ ਤੋਂ ਸਿਰ ਮਾਟੀ ਪਾਈ, ਕਿਉਂ ਨਾ ਵਿਚਾਰ ਕਰੋ ਤੁਮ ਉਚਤਾਈ। ਵੀ ਇਹ ਤੇ ਨਾਦਾਨ ਸੀ, ਇਹਨੇ ਤੇ ਮਿੱਟੀ ਦੀ ਟੋਕਰੀ ਚੁੱਕ ਲਈ, ਮਿੱਟੀ ਪਾ ਲਈ ਸਿਰ 'ਚ, ਪਰ ਤੁਸੀਂ ਤੇ ਸਮਝਦਾਰ ਸੀ, ਤੁਸੀਂ ਆਪਣੇ ਦਾਮਾਦ ਤੋਂ ਮਿੱਟੀ ਦੀ ਟੋਕਰੀਆਂ ਚੁਕਵਾ ਰਹੇ ਹੋ। ਉਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਮੁਸਕਰਾਉਂਦਿਆਂ ਕਿਹਾ, ਭਾਈ ਸੱਜਣੋ, ਤੁਸੀਂ ਕਹਿੰਦੇ ਹੋ ਕਿ ਭਾਈ ਜੇਠਾ ਨੇ ਤੁਹਾਡੀ ਕੁੱਲ ਨੂੰ ਦਾਗ ਲਵਾ ਦਿੱਤਾ। ਨਹੀਂ, ਇਹ ਮੇਰੀ ਨਜ਼ਰ ਤੋਂ ਵੇਖੋ, ਜੇ ਤੁਮਰੀ ਕੁਲ ਇਹ ਜਨਮ ਨਾ ਧਾਰੇ, ਜਾਤ ਨਰਕ ਮੈਂ ਪਿਤਰ ਤੁਮਾਰੇ। ਕਹਿੰਦੇ ਜੇ ਤੁਹਾਡੀ ਕੁਲ ਚ ਇਹ ਜਨਮ ਨਾ ਲੈਂਦਾ ਨਾ, ਤੇ ਤੁਹਾਡੀ ਤੇ ਪਿਤਰਾਂ ਤੱਕ ਨੇ ਨਰਕਾਂ ਦਾ ਭਾਗੀ ਬਣਨਾ ਸੀ। ਇਹਦੇ ਤੁਹਾਡੀ ਕੁਲ ਚ ਜਨਮ ਲੈਣ ਦੀ ਦੇਰ ਹੈ ਕਿ ਤੁਹਾਡੀ ਕੁਲਾਂ ਦੀਆਂ ਕੁਲਾਂ ਤਰ ਗਈਆਂ ਨੇ। ਤੁਹਾਡੀ ਕੁਲਾਂ ਦੀਆਂ ਕੁਲਾਂ ਤਰ ਗਈਆਂ ਨੇ। ਤੇ ਇਹ ਮਿੱਟੀ ਦੀ ਟੋਕਰੀ ਨਹੀਂ, ਇਹ ਗੁਰੂ ਨਾਨਕ ਦੇ ਦਰਬਾਰ ਦਾ ਛਤਰ ਝੁੱਲ ਰਿਹਾ ਹੈ ਭਾਈ ਜੇਠਾ ਜੀ ਦੇ ਸੀਸ ਉੱਤੇ। ਤੇ ਉਹ ਵਕਤ ਆਵੇਗਾ ਕਿ ਤੁਸੀਂ ਵੇਖੋਗੇ। ਬਸ ਸਮਾਂ ਇੱਕ ਦਿਨ ਆ ਹੀ ਗਿਆ, ਪੂਰੀ ਪਰਖ ਹੋਈ। ਇਹ ਇਤਿਹਾਸ ਤੇ ਤੁਸੀਂ ਕਈ ਵਾਰੀ ਸੁਣਿਆ ਹੈ ਕਿ ਕਈ ਪ੍ਰਕਾਰ ਨਾਲ ਪਰਖ ਹੋਈ ਸੀ। ਤੇ ਥੜੇ ਬਣਾਉਣ ਲਈ ਵੀ ਕਿਹਾ ਸੀ ਵੀ ਦੋ ਦਾਮਾਦ ਸਨ, ਵੱਡੇ ਦਾਮਾਦ ਰਾਮਾ ਜੀ ਤੇ ਛੋਟੇ ਭਾਈ ਜੇਠਾ ਜੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਪਰਖ ਕੀਤੀ ਤੇ ਕਿਹਾ ਥੜਾ ਬਣਾਓ। ਦੋਨਾਂ ਨੇ ਥੜਾ ਜਿਸ ਤਰ੍ਹਾਂ ਸਤਿਗੁਰੂ ਨੇ ਸਮਝਾਇਆ ਬਣਾਇਆ। ਤੇ ਸਤਿਗੁਰੂ ਨੇ ਦੂਜੇ ਦਿਨ ਆ ਕੇ ਵੇਖਿਆ ਤੇ ਕਿਹਾ ਢਾਹ ਦਿਓ, ਠੀਕ ਨਹੀਂ ਬਣਿਆ। ਦੁਬਾਰਾ ਸਮਝਾਇਆ ਸਭ ਕੁਝ ਤੇ ਫਿਰ ਦੁਬਾਰਾ ਬਣਾਇਆ। ਫਿਰ ਸਤਿਗੁਰੂ ਜੀ ਆਏ, ਵੇਖਿਆ ਤੇ ਕਹਿ ਦਿਆ ਢਾਹ ਦਿਓ, ਠੀਕ ਨਹੀਂ ਬਣਿਆ। ਜਦ ਤੀਜੀ ਵਾਰੀ ਕਹਿਣਾ ਢਾਹ ਦਿਓ ਤੇ ਰਾਮਾ ਜੀ ਬੋਲ ਪਏ, ਆਪ ਕਹੋ ਜਿਮ ਬਿਸਰੇ ਫੇਰ, ਇਸਮੇ ਦੋਸ਼ ਅਹੇ ਕਿਆ ਮੇਰ। ਸਤਿਗੁਰੂ ਜੀ ਤੁਸੀਂ ਬਜ਼ੁਰਗ ਹੋ ਗਏ ਹੋ, ਤੁਹਾਨੂੰ ਤੁਹਾਡਾ ਕਿਹਾ ਹੀ ਭੁੱਲ ਜਾਂਦਾ ਹੈ, ਤੇ ਮੇਰਾ ਕੀ ਦੋਸ਼ ਹੈ ਇਹਦੇ ਵਿੱਚ? ਮੈਂ ਤੇ ਉਸੇ ਤਰ੍ਹਾਂ ਬਣਾਉਂਦਾ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ। ਸਾਹਿਬ ਮੁਸਕਰਾਏ ਤੇ ਭਾਈ ਜੇਠਾ ਜੀ ਵੱਲ ਵੇਖਿਆ। ਉਹਨਾਂ ਨੂੰ ਜਦ ਕਿਹਾ ਕਿ ਢਾਹ ਦਿਓ ਤੇ ਥੜਾ ਢਾਹ ਦਿੱਤਾ ਤੇ ਹੱਥ ਜੋੜ ਕੇ ਕਹਿੰਦੇ ਨੇ ਸਤਿਗੁਰੂ ਜੀ, ਮੈਂ ਮਤ ਮੰਦ ਅਭਾਗ ਵਿਚਾਰਾ, ਜਾਣ ਸਕਿਓ ਨਾ ਕਹਿਓ ਤੁਮਾਰਾ। ਮੇਰੀ ਮਤ ਬੜੀ ਥੋੜੀ ਹੈ, ਮੈਂ ਮੰਦਭਾਗੀ ਹਾਂ, ਵਿਚਾਰਾ ਹਾਂ, ਮੈਂ ਸਮਝ ਹੀ ਨਹੀਂ ਪਾਉਂਦਾ ਤੁਹਾਡੀ ਗੱਲ ਨੂੰ। ਤੁਸੀਂ ਇੰਨੇ ਚੰਗੇ ਤਰੀਕੇ ਸੁਚੱਜੇ ਢੰਗ ਨਾਲ ਸਮਝਾਉਂਦੇ ਹੋ, ਪਰ ਮੈਂ ਸਮਝ ਨਹੀਂ ਪਾਉਂਦਾ ਤੇ ਥੜਾ ਬਣ ਨਹੀਂ ਪਾ ਰਿਹਾ। ਤੁਸੀਂ ਹੀ ਕਿਰਪਾ ਕਰੋਗੇ ਤੇ ਥੜਾ ਬਣ ਜਾਵੇਗਾ। ਉਸੇ ਵੇਲੇ ਘੁੱਟ ਛਾਤੀ ਨਾਲ ਲਾ ਕੇ ਕਿਹਾ ਕਿ ਜੇਠਿਆ ਥੜਾ ਤਾਂ ਬਣ ਗਿਆ ਹੈ, ਥੜਾ ਤੇ ਬਣ ਚੁੱਕਿਆ ਹੈ। ਇਹ ਬਾਹਰ ਦੇ ਥੜੇ ਦੀ ਗੱਲ ਨਹੀਂ ਸੀ, ਇਹ ਤੇ ਅੰਦਰ ਦੇ ਥੜੇ ਦੀ ਗੱਲ ਸੀ। ਕਿਸ ਦਾ ਹਿਰਦਾ ਇਹੋ ਜਿਹਾ ਹੈ ਜਿੱਥੇ ਗੁਰੂ ਨਾਨਕ ਬੈਠੇ, ਜਿੱਥੇ ਗੁਰੂ ਨਾਨਕ ਜੋਤ ਟਿਕੇ, ਉਹ ਤੇਰਾ ਹਿਰਦਾ ਰੂਪੀ ਥੜਾ ਤਿਆਰ ਹੋ ਚੁੱਕਿਆ ਹੈ। ਤੇ ਸੱਜਣਾ ਹੁਣ ਉੱਥੇ ਅਸੀਂ ਟਿਕਣਾ ਹੈ। ਦੂਜਾ ਦਿਨ ਹੋਇਆ, ਇਸੇ ਤਰ੍ਹਾਂ ਦੀਵਾਨ ਸਜਿਆ, ਵਕਤ ਆਇਆ ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਮਾਰੀ ਤੇ ਕਿਹਾ, ਬਾਬਾ ਜੀ ਜਾਓ ਭਾਈ ਜੇਠਾ ਜੀ ਨੂੰ ਨਾ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਵਾ ਕੇ ਤੇ ਗੁਰੂ ਦਰਬਾਰ ਵਿੱਚ ਲੈ ਆਓ। ਜਦ ਗੁਰੂ ਦਰਬਾਰ ਵਿੱਚ ਲੈ ਆਏ, ਬਾਹੋਂ ਫੜਿਆ, ਵੇਖਿਆ ਵੀ ਟੋਕਰੀ ਧੋ ਰਹੇ ਨੇ ਮਿੱਟੀ ਦੀ,
कपड़े लिबड़े ने मिट्टी नाल, ते टोकरी लैके बाबा जी ने एक पासे रख दी, बाहों फड़िया ते जाके इशनान करन लई बिठा दिता। आग्याकारी इतने सन, कुछ ना पुछया बाबा जी ये की कर रहे हो तुसी। ते वस्त्र आ गए नवें, पाउण नूं दिते, वस्त्र पाए, अंदर लैके गए। ज्यों जाके गुरु अमरदास साहब सतगुरु जी दे चरनां ते मस्तक टिकाया, ते साहब गुरु अमरदास साहब जी आप उठ के खड़े हो गए, दोवां मोढियां तो फड़ के उठाया ते उत्थे बिठा दिता जिथे आप बैठे सन। जिथे आप बैठे सन ते सारी संगत नूं आवाज मार के कहा कि गुरु की संगत अज दिन तो भाई जेठा गुरु रामदास साहब जी ने ते गुरु नानक देव साहब जी दी गुरगद्दी दे मालक ये ने, ते अज दिन तो सब ने इन्हां नूं मत्था टेकना है ते इन्हां नूं गुरु नानक मनना है। ते कहा ही नहीं, आप भी मत्था टेक दिता। जद गुरु ने मत्था टेक दिता, पिछे कौन रहना सी, सब ने ही मत्था टेक दिता। गुरु अमरदास साहब जी दे पुत्र मोहरी जी बैठे सन, उन्होंने भी मत्था टेक दिता। मोहरी पुत सन्मुख होआ रामदास पैरी पाए जियो। जद गुरगद्दी दा मालक बना दिता ते गुरु अमरदास साहब जी सामने खड़े ने। गुरु रामदास साहब जी दे हथ जुड़ गए, अखां तो निर्मल नीर दी झड़ी लग गई, वह तुरिया जल अखां तो ते रोंदियां सतगुरु वल वेख के कहा, जो हमरी बिद होती मेरे सतगुरा, सा बिद तुम हर जानो आपे। मेरी की हालत सी मेरे सतगुरु, तुसी जानदे हो, तुहानू सब पता है। एक यतीम अनाथ बच्चा गलियां दे च रुलदा फिरदा सी, हम रुलते फिरते कोई बात ना पूछता, मैनू ते कोई गल भी नहीं सी पुछदा। गुर सतगुर संग कीरे हम थापे, मेरे वर्गे कीड़े नू थाप के तुसी पातशाह बना दिता। किसनू पता सी ये किते घट वड्डी गल है, ये घट कारनामा है कि बैठा सोढ़ी पातशाह रामदास सतगुरु कहावा बन जाना। ते एक वक्त वो भी आना अगे चल के कि ओही लाहौर जिस दी गलियां च रुलन वाला यतीम अनाथ बच्चा अज पातशाहां दा पातशाह बन के ते दरबार साहब गुरु बन के बैठा है। एक वक्त वो आवेगा कि उसे लाहौर दा महाराजा महाराजा रणजीत सिंह सोने ते सिंघासन ते बैठण वाला महाराजा, जिसदा हुक्म काबल कंधार मुल्तान कश्मीर ये दिल्ली दे बार्डर तक, क्योंकि हरियाणा हिमाचल तो बाद विच बने ने पंजाब विचों, इत्थे तक महाराजा रणजीत सिंह दा राज सी ते हुक्म चलदा सी। पठान तक थर थर कंबदे सन। ये तुसी वेखदे हो, पठाना नूं वेखदे जो पठानी सूट पाउंदे ने ना, तुहानूं शायद पता होवेगा। ते पठानी सूट दे च सलवार पाई जाती है। ते शायद तुसी इतिहास नूं पढ़िया होवे कदी, जद फतेह हासिल कीती सी महाराजा रणजीत सिंह ने काबल कंधार मुल्तान, उदों पठाना नूं, क्योंकि पठान इस देश की बहु बेटियां नूं लै जांदे सन गजनी दे बाजारां विच टके टके च बेचना, बेअदबी करनी। ते हरी सिंह नलवा ने इन्हां नूं हराया सी। ते जद ये चरना ते डिगे ते उदों हरी सिंह नलवा ने इन्हां नूं सलवारां पवाइयां सन। सलवारां पवाइयां सन ते उदों तो इन्हां लोकां विच वो प्रथा है, पठानी सूट पाउंदे ने ते उहदे नाल सलवार हुंदी है। ये जिहड़ा तुसी शोले फिल्म विच एक डायलॉग सुनते हो ना कि 50-50 कोस की दूरी तक जब बच्चा रोंदा है तो माँ कहती है भी सो जा नहीं तो गब्बर आ जाएगा। ये इतिहास विचों उत्थों इन्हां ने नकल किया है। वो पठाना दी मावां कहंदियां सन बच्चियां नूं कि सो जाओ नहीं तो हरिया आ जाएगा। हरी सिंह नलवा की इतनी दहशत सी। खैरदास अर्ज कर रहा सी, वो महाराजा रणजीत सिंह
ਇੱਕ ਦਿਨ ਕੱਲਮ ਕੱਲੇ ਤੁਰ ਕੇ ਦਰਬਾਰ ਸਾਹਿਬ ਆ ਗਏ ਤੇ ਉੱਥੇ ਦਾ ਪ੍ਰਸ਼ਾਸਨ ਵਜ਼ੀਰ ਕੋਤਵਾਲ ਦੌੜ ਕੇ ਚਰਨਾਂ 'ਚ ਡਿੱਗੇ ਤੇ ਕਹਿੰਦੇ ਮਹਾਰਾਜਾ ਜੀ ਇਹ ਕੀ ਖੇਡ ਵਰਤਾਈ ਹੈ, ਤੁਸੀਂ ਕੱਲਮ ਕੱਲੇ ਆ ਗਏ, ਤੁਸੀਂ ਦੱਸਿਆ ਹੀ ਨਹੀਂ। ਤੁਸੀਂ ਦੱਸਦੇ ਅਸੀਂ ਸ਼ਹਿਰ ਨੂੰ ਸਜਾਉਣਾ ਸੀ, ਗੇਟ ਲਾਉਣੇ ਸੀ, ਬੈਂਡ ਬਾਜਿਆਂ ਨਾਲ ਤੁਹਾਡਾ ਸਵਾਗਤ ਕਰਨਾ ਸੀ। ਮਹਾਰਾਜਾ ਦੀ ਸਵਾਰੀ ਆ ਰਹੀ, ਸ਼ਾਨ ਨਾਲ ਆਉਣੀ ਚਾਹੀਦੀ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੇ ਪਤਾ ਹੈ ਕੀ ਕਿਹਾ? ਕਹਿੰਦੇ ਮਹਾਰਾਜਾ ਨਹੀਂ ਆਇਆ, ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦਾ ਮੰਗਤਾ ਆਇਆ ਹੈ, ਭਿਖਾਰੀ ਆਇਆ ਹੈ। ਭਿਖਾਰੀਆਂ ਨੂੰ ਸ਼ਾਨ ਸੋਭਦੀ ਨਹੀਂ ਹੈ। ਤੇ ਅੰਦਰ ਗਏ ਨੇ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਗੋਡੇ ਟੇਕ ਦਿੱਤੇ, ਝੋਲੀ ਅੜ ਕੇ ਅਰਦਾਸ ਕੀਤੀ ਕਿ ਮੁਲਤਾਨ ਦੇ ਚ ਅਕਾਲ ਪੈ ਗਿਆ, ਸੋਕਾ ਪੈ ਗਿਆ ਤੇ ਪ੍ਰਜਾ ਨੇ ਬਗਾਵਤ ਕਰ ਦਿੱਤੀ ਹੈ, ਦੁਸ਼ਮਣ ਹਮਲਾ ਕਰਕੇ ਕਬਜ਼ਾ ਕਰ ਲੈਣਾ ਚਾਹੁੰਦਾ ਹੈ। ਰਾਜ ਮੇਰਾ ਨਹੀਂ, ਰਾਜ ਤੁਹਾਡਾ ਹੈ। ਤੇ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ, ਬਰਸਾਤ ਪੈ ਜਾਵੇ, ਮੀਂਹ ਪੈ ਜਾਵੇ। ਹਾਲੇ ਅਰਦਾਸ ਕਰਕੇ ਦਰਬਾਰ ਸਾਹਿਬ ਤੋਂ ਨਿਕਲੇ ਨੇ, ਪਰਿਕਰਮਾ ਵਿੱਚ ਹੀ ਨੇ ਕਿ ਇਤਿਹਾਸ ਗਵਾਹੀ ਦਿੰਦਾ ਹੈ ਕਿ ਮੁਲਤਾਨ ਦੇ ਚ ਮੀਂਹ ਪੈਣਾ ਆਰੰਭ ਹੋ ਗਿਆ, ਬਰਸਾਤ ਪੈਣੀ ਆਰੰਭ ਹੋ ਗਈ। ਸਾਡੀ ਜ਼ਿੰਦਗੀ ਦੇ ਵਿੱਚ ਵੀ ਕਿਰਪਾ ਰੂਪੀ ਮੀਂਹ ਵਰਸਦਾ ਹੈ। ਇਹ ਹੁਣ ਵੀ ਇਹ ਬਰਸਾਤ ਪੈਰੀ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਗੁਰੂ ਰਾਮਦਾਸ ਸਾਹਿਬ ਜੀ ਦੀ ਨਿਮਰਤਾ ਵੇਖਣ ਵਾਲੀ ਸੀ, ਅੱਤ ਦੀ ਨਿਮਰਤਾ ਸੀ। ਜਦ ਨਾ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ, ਅੰਮ੍ਰਿਤ ਸਰੋਵਰ ਤਿਆਰ ਹੋ ਰਿਹਾ ਸੀ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਰੋਜ਼ ਹੀ ਨਾ ਉਹ ਕੰਮ ਵੇਖਣ ਜਾਂਦੇ ਹੁੰਦੇ ਸੀ। ਤੇ ਅੱਜ ਵੀ ਉੱਥੋਂ ਪਰਿਕਰਮਾ ਵਿੱਚੋਂ ਹੁੰਦਿਆਂ ਹੋਇਆਂ ਕੁਝ ਸਿੱਖ ਨਾਲ ਨੇ ਤੇ ਸਤਿਗੁਰੂ ਜੀ ਲੰਗਰ ਹਾਲ ਵੱਲ ਆ ਗਏ। ਤੇ ਜਦ ਗੁਰੂ ਆਉਂਦਾ ਤੇ ਤੁਹਾਨੂੰ ਪਤਾ ਹੈ ਸੰਗਤ ਉੱਠ ਕੇ ਖੜੀ ਹੁੰਦੀ ਹੈ। ਉੱਥੇ ਜੋ ਲੰਗਰ ਹਾਲ ਵਿੱਚ ਸੰਗਤ ਸੇਵਾ ਕਰ ਰਹੀ ਸੀ, ਕੋਈ ਸਬਜ਼ੀ ਭਾਜੀ ਕੱਟ ਰਿਹਾ ਸੀ, ਕੋਈ ਜੂਠੇ ਭਾਂਡੇ ਮਾਂਜ ਰਿਹਾ, ਕੋਈ ਲੰਗਰ ਬਣਾ ਰਿਹਾ, ਕੋਈ ਆਟਾ ਗੁੰਨ ਰਿਹਾ। ਤੇ ਸਾਰੇ ਜਦ ਖੜੇ ਹੋਏ ਸਭ ਨੇ ਮੱਥਾ ਟੇਕਿਆ। ਭਾਈ ਹਿੰਦਾਲ ਜੀ ਉਹ ਆਟਾ ਗੁੰਨਣ ਦੀ ਸੇਵਾ ਕਰ ਰਹੇ ਸਨ। ਹੁਣ ਹੱਥ ਜਿਹੜੇ ਨੇ ਉਹ ਆਟੇ ਨਾਲ ਭਰੇ ਹੋਏ ਸਨ ਕਿਉਂਕਿ ਆਟਾ ਗੁੰਨ ਰਹੇ ਸਨ। ਤੇ ਉੱਠ ਕੇ ਖੜੇ ਤੇ ਹੋਏ, ਪਰ ਸੋਚਿਆ ਮੱਥਾ ਕਿਸ ਤਰ੍ਹਾਂ ਟੇਕਾਂ? ਜੇ ਹੱਥ ਥੱਲੇ ਜ਼ਮੀਨ ਤੇ ਲਾ ਕੇ ਮੱਥਾ ਟੇਕਾਂਗਾ ਤੇ ਫਿਰ ਲੰਗਰ ਦੀ ਬੇਅਦਬੀ ਹੋਵੇਗੀ। ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਨਾ। ਉਹ ਛੇਤੀ ਚ ਨਾ ਦੋਵੇਂ ਹੱਥ ਇਉਂ ਪਿੱਛੇ ਜੋੜ ਲੈ, ਪਿੱਠ ਉੱਤੇ ਜੋੜ ਲੈ ਦੋਵੇਂ ਹੱਥ ਤੇ ਮੱਥਾ ਟੇਕ ਦਿੱਤਾ। ਜਦ ਮੱਥਾ ਟੇਕਿਆ ਨਾ ਤੇ ਤੁਸੀਂ ਵੇਖੋ ਖੜੇ ਹੋਣ ਲਈ ਕੋਈ ਸਹਾਰਾ ਚਾਹੀਦਾ। ਇੱਕ ਹੱਥ ਦਾ ਜਾਂ ਦੋ ਹੱਥ ਦਾ ਸਹਾਰਾ ਲੈ ਕੇ ਆਪਾਂ ਉੱਠਦੇ ਹਾਂ। ਹੁਣ ਹੱਥ ਤਾਂ ਪਿੱਛੇ ਜੁੜੇ ਹੋਏ ਸਨ ਤੇ ਮੱਥਾ ਟੇਕ ਦਿੱਤਾ। ਅੱਜ ਉੱਠਿਆ ਗਿਆ ਨਾ ਤੇ ਅੱਜ ਭਾਗ ਜਾਗ ਗਏ। ਕੁਝ ਸਮਾਂ ਮਸਤਕ ਇਉਂ ਹੀ ਟਿਕਿਆ ਰਿਹਾ, ਉੱਠਿਆ ਨਾ ਗਿਆ। ਤੇ 1-2 ਮਿੰਟ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿ ਦਿੱਤਾ ਕਿ ਭਾਈ ਹਿੰਦਾਲ ਹੁਣ ਉੱਠ ਕੇ ਖੜਾ ਵੀ ਹੋ ਜਾ। ਅੱਖਾਂ 'ਚ ਅੱਥਰੂ ਆ ਗਏ। ਅੱਜ ਅੰਦਰੋਂ ਡਿੱਗ ਪਿਆ ਸੀ। ਮੱਥਾ ਆਪਾਂ ਵੀ ਟੇਕਦੇ ਹਾਂ, ਕਦੀ ਮਹਿਸੂਸ ਕਰਿਓ ਕਿ ਮੱਥਾ ਟੇਕਣ ਦਾ ਆਨੰਦ ਲਿਆ? ਉਹ ਅਰਦਾਸ ਕਰਦੇ ਕਰਦੇ ਬਸ ਪਦਾਰਥ ਮੰਗ ਰਹੇ ਹੁੰਦੇ ਆ, ਇਹ ਵੀ ਦੇ ਦਿਓ, ਉਹ ਵੀ ਦੇ ਦਿਓ, ਉਹ ਵੀ ਦੇ ਦਿਓ। ਤੇ ਮੱਥਾ ਟੇਕ ਕੇ ਵੀ ਉਹੀ ਅਰਦਾਸ ਚੱਲਦੀ ਰਹਿੰਦੀ ਦਿਮਾਗ 'ਚ। ਕਈ ਬੰਦੇ ਆ ਕੇ ਸਾਂਝ ਕਰਦੇ ਨੇ। ਮੱਥਾ ਜਦ ਟੇਕੋ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਤੇ 30 ਸੈਕਿੰਡ ਲਈ ਜਾਂ 1 ਮਿੰਟ ਲਈ ਰੁਕ ਜਾਓ। ਮਹਿਸੂਸ ਕਰੋ ਇਸ ਗੱਲ ਨੂੰ ਕਿ ਮੇਰਾ ਸਿਰ ਮੇਰੇ ਗੁਰੂ ਦੇ ਚਰਨਾਂ ਵਿੱਚ ਹੈ। ਫਿਰ ਜੋ ਤੁਸੀਂ ਸਕੂਨ, ਸ਼ਾਂਤੀ, ਪੋਜ਼ਿਟਿਵ ਐਨਰਜੀ, ਪੋਜ਼ਿਟਿਵ ਥਿੰਕਿੰਗ, ਜੋ ਅੰਦਰ ਦੀ ਚੜ੍ਹਦੀ ਕਲਾ ਮਹਿਸੂਸ ਕਰੋਗੇ, ਹੈਰਾਨ ਕਰ ਦੇਣ ਵਾਲੀ ਹੋਵੇਗੀ। ਅੱਜ ਉਹ ਕਿਰਪਾ ਮਿਲ ਗਈ ਭਾਈ ਹਿੰਦਾਲ ਨੂੰ। ਉੱਠਿਆ ਗਿਆ ਨਾ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਭਾਈ ਹਿੰਦਾਲ ਹੁਣ ਉੱਠ ਕੇ ਖੜਾ ਵੀ ਹੋ ਜਾ। ਤੇ ਰੋ ਕੇ ਕਹਿੰਦੇ ਨੇ ਮੇਰੇ ਸਤਿਗੁਰੂ ਡਿੱਗਣਾ ਆਇਆ, ਉੱਠਣਾ ਆਇਆ ਹੀ ਨਹੀਂ। ਹੁਣ ਆਪ ਹੀ ਕਿਰਪਾ ਕਰੋ ਤੇ ਉਠਾ ਦਿਓ। ਬਸ ਜਿਉਂ ਕਿਹਾ ਸਤਿਗੁਰੂ ਨੇ ਵੇਖ ਲਿਆ, ਅੱਜ ਅੰਦਰੋਂ ਡਿੱਗ ਗਿਆ ਹੈ। ਦੋਵੇਂ ਮੋਢਿਆਂ ਤੋਂ ਫੜ ਕੇ ਉਠਾਇਆ, ਘੁੱਟ ਛਾਤੀ ਨਾਲ ਲਾ ਕੇ ਕਿਹਾ
कि भाई हिंदाल अज जमीन तो ही नहीं उठिया, जीवन विच भी बहुत उच्चा उठ गया है। जो तेरी ये कथा सुन लैगा ओदे जीवन विच भी उचाइयां आ जाणगियां, ओदे जीवन विच भी बरकतां आ जाणगियां। याद रखियो किसी भी बिल्डिंग दी फाउंडेशन जितनी नीवी हुंदी है उतना ही जीवन उच्चा उसरदा है। तुसीं वेखदे हो भट्ट पहाट जी नूं किस तरीके दे नाल हम अवगुण भरे एक गुण नाही, अमृत छाड़ बिखै बिक खाई, माया मोह भरम पै भूले, सुत दारा स्यों प्रीत लगाई। एक अरदास पहाट कीरत की, कीरत जी एक अरदास पहाट कीरत की, गुरु रामदास राखो शरण आई। फिर क्यों ना रख दे, फिर रखिया ना। फिर गुरु अर्जन देव साहब जी ने कैसी महान कृपा की, अपने बराबर दी जगह दे दी। यह ना समझना कि भट्ट या भगत किते गुरुआं तो घट ने। गुरु ग्रंथ साहब जी नूं गुरु कहा ते जिन्नी शख्सियतां उत्ते बैठियां ने वो गुरु रूप हो गईयां, क्योंकि बाणी गुरु गुरु है बाणी विच बाणी अमृत सारे। केड़ी बाणी चुनी? जो वाहिगुरु आप बोलिया है। ये शब्द की है? शब्द साडे गुरु दा गुरु। एक बारी ना वक़्त दे प्रधानमंत्री मनमोहन सिंह जी ने, जो बड़ी महान शख्सियत, महान विद्वान ते पढ़े लिखे, पर एक बारी उन्होंने सिर्फ एक पक्ष विचारिया ते कह दिता सी कि जो पहला प्रकाश गुरपुरब हुण आपां ने मनाया ते उदों उन्होंने कह दिता सी कि ये पहला प्रकाश ना गुरु ग्रंथ साहब जी का नहीं है, ये पोथी साहब का है या आदि ग्रंथ का है। क्योंकि अपनी जगह वो ठीक सन, वो ये गल इस तरीके नाल कह रहे सन कि गुरगद्दी तां हजूर साहब गुरु गोबिंद सिंह साहब सतगुरु जी ने दिती है, तो इसका मतलब पहला आदि ग्रंथ सन। नहीं, इहदा दूजा पक्ष विचारना भुल गए सन कि आदि ग्रंथ नहीं, ये शुरू तो ही श्री गुरु ग्रंथ साहब जी ने गुरु ने। क्योंकि गुरु नानक देव साहब जी ने भी अपना गुरु शब्द नूं कहा। जद पूछा गया तेरा कौन गुरु जिसका तू चेला, ते कह दिता कहा सी शब्द गुरु सुरत तुन चेला। मेरा गुरु शब्द है ते मेरी मत सिख है। साबित की होया? शब्द साडे गुरु दा गुरु, शब्द साडा गुरु, क्योंकि सानू हुण हुक्म हो गया सब सिखन को हुक्म है गुरु मान्यो ग्रंथ। शब्द साडे गुरु दा गुरु, शब्द साडा गुरु, ते शब्द आप वाहिगुरु। कहा गया वाह वाह बाणी निरंकार है, जिस जेवड अवर ना कोई। बाणी आप निरंकार है। क्यों निरंकार है? क्योंकि जिन्हों ने बाणी उचारण की ना, उन्होंने भी कह दिता हों आपहों बोल ना जानदा, मैं कहिया सब हुक्माओ जियो। गुरु नानक देव साहब जी ने कहा जैसी मैं आवै खसम की बाणी, तैसड़ा करी ज्ञान वे लालो। ये भाई लालो मैं थोड़ी बोल रहा, ये तो जे मालक वाहिगुरू बुलवा रहा वो मैं बोल रहा। ते किहो जी अवस्था यारां भट्टां दी, जिन्हां विचों वाहिगुरू आप बोलिया, जिन्हां दी बाणी नूं वाहिगुरू दी बाणी, ओ सच बाणी सतगुर की बाणी, सत सत कर जानो गुर सिखो, हर करता आप मुँह कढ़ाए। ओ वाली बाणी सांझे तौर पर आप सब लई अरदास है। एज ए हैड ग्रंथी गुरुद्वारा सीसगंज साहब, तेग बहादुर सिमरै हर नौ निध आवै धाए, सब थाई होए सहाए।